अस्सलामुअलैकुम दोस्तों, फ्रैंकफर्ट जर्मनी का एक खूबसूरत नज़ारा। एक सड़क पर ਅਸੀਂ ਖੜੇ ਹਾਂ, ਇਸ ਤੇ ਇਸ਼ਾਰਾ ਬੰਦ ਹੈ, ਪਿੱਛੇ ਪੁਲਿਸ ਵੀ ਆ ਰਹੀ ਹੈ। ਕਾਨੂੰਨ ਦੀ ਪਾਸਦਾਰੀ, ਇਸ਼ਾਰਾ ਬੰਦ ਹੈ ਤੇ ਸਭ ਖੜੇ ਨੇ। ਐਸ਼ਰਸਹਾਈਮਰ ਲਾਂਡਸਟ੍ਰਾਸ ਹੈ ਜਰਮਨੀ ਦਾ, ਫਰੈਂਕਫਰਟ ਦਾ ਇੱਕ ਲੰਬਾ ਸਟਰੀਟ। ਉਹਦਾ ਚੰਦ ਨਜ਼ਾਰੇ ਤੁਸੀਂ ਦੇਖ ਰਹੇ ਜੀ ਇਸ ਟਾਈਮ। ਇਹ ਨਜ਼ਾਰੇ ਜਿਹੜੇ ਤੁਸੀਂ ਦੇਖ ਰਹੇ ਹੋ, ਇਹਦੇ ਬੈਕ ਤੇ ਇੱਕ ਵਜ੍ਹਾ ਵੇ ਕਿ ਅੱਜ ਤੁਹਾਨੂੰ ਅਸੀਂ ਇੱਕ ਜਰਮਨੀ ਦੀ ਇੱਕ ਬੜੀ ਖਾਸ ਚੀਜ਼ ਦਿਖਾਵਾਂਗੇ, ਜਿਹਨੂੰ ਤੁਸੀਂ ਪਾਕਿਸਤਾਨ ਦੇ ਵਿੱਚ ਅਮੂਮਨ ਫਾਰਮ ਹਾਊਸ ਦੇ ਨਾਮ ਤੋਂ ਜਾਣਦੇ ਹੋ, ਤੇ ਜਾਂ ਫਿਰ ਇਹ ਹੈ ਕਿ ਗਾਰਡਨ ਕਹਿੰਦੇ ਆ। ਅੱਗੇ ਤੁਹਾਨੂੰ ਗਰਮੀਆਂ 'ਚ ਇੱਕ ਗਾਰਡਨ ਦਿਖਾਇਆ ਜਿਹਦੇ ਵਿੱਚ ਪਾਕਿਸਤਾਨੀਆਂ ਨੇ ਸਬਜ਼ੀਆਂ ਲਗਾ ਕੇ ਪਾਕਿਸਤਾਨ ਤੋਂ ਬੀਜ ਮੰਗਵਾ ਕੇ ਬੜਾ ਹੀ ਹਰਾ ਭਰਾ ਕੀਤਾ ਸੀ। ਉਹ ਹੁਣ ਸਰਦੀਆਂ ਦੇ ਵਿੱਚ ਆ ਕੇ ਉਹ ਗਾਰਡਨ ਤੇ ਕਿ ਉਹ ਖਤਮ ਹੋ ਗਏ ਸਰਦੀ ਦੀ ਵਜ੍ਹਾ ਤੋਂ। ਲੇਕਿਨ ਇੱਕ ਜਿਹੜਾ ਤੁਹਾਨੂੰ ਅੱਜ ਦਿਖਾਵਾਂਗੇ, ਇਹਦੇ ਵਾਸਤੇ ਅਮੂਮਨ ਲੋਕ ਜਿਹੜੇ ਯੂਰਪ 'ਚ ਸੈਟਲ ਨੇ ਤਰਸਦੇ ਨੇ ਕਿ ਯਾਰ ਸਾਨੂੰ ਕੋਈ ਇਸ ਤਰ੍ਹਾਂ ਦੀ ਅੱਛੀ ਚੀਜ਼ ਮਿਲ ਜੇ ਜਿਹਦੇ 'ਚ ਅਸੀਂ ਆਪਣੇ ਪਾਕਿਸਤਾਨੀ ਪੁਰਾਣੇ ਸ਼ੌਕ ਜਿਹੜੇ ਨੇ ਪੂਰੇ ਕਰ ਸਕੀਏ। ਮਤਲਬ ਖੇਤੀਬਾੜੀ ਅਗਰ ਕਿਸੇ ਨੇ ਕੀਤੀ ਹੈ ਜਾਂ ਕਿ ਜ਼ਿਮੀਂਦਾਰੀ ਕੀਤੀ ਹੈ, ਉਹਨੂੰ ਅਗਰ ਇਹ ਚੀਜ਼ ਮਿਲ ਜਾਏ ਔਰ ਵੱਡੀ ਮਿਕਦਾਰ 'ਚ ਮਿਲ ਜਾਏ ਤਾਂ ਉਹਦੇ ਵਾਰੇ ਨਿਆਰੇ ਹੋ ਜਾਂਦੇ ਨੇ। ਸਾਡੇ ਇੱਕ ਦੋਸਤ ਨੇ ਇੱਥੇ ਫਰੈਂਕਫਰਟ ਦੇ ਇਲਾਕੇ ਗ੍ਰੀਸਹਾਈਮ ਦੇ ਵਿੱਚ, ਉਹਨਾਂ ਨੂੰ ਚੰਦ ਮਹੀਨੇ ਪਹਿਲਾਂ ਬਾਈ ਚਾਂਸ ਉਹਨਾਂ ਦੀ ਵਾਰੀ ਆ ਗਈ। ਕਾਫੀ ਸਾਲ ਪਹਿਲੇ ਉਹਨਾਂ ਨੇ ਅਪਲਾਈ ਕੀਤਾ ਸੀ ਸਿਟੀ ਨੂੰ। ਇਹ ਨਾਲ ਪੁਲਿਸ ਦੀ ਵੱਡੀ ਇੱਕ ਬਿਲਡਿੰਗ ਜੇ, ਬਹੁਤ ਵੱਡੀ, ਫਰੈਂਕਫਰਟ ਦੇ ਵਿੱਚ ਸੈਂਟਰ ਪੁਲਿਸਾਈ ਪ੍ਰੈਜ਼ੀਡੀਅਮ ਕਹਿੰਦੇ ਨੇ। ਤੇ ਅੱਗੋਂ ਅਸੀਂ ਬਜਾਏ ਮੋਟਰਵੇ ਤੇ ਜਾਣ ਦੇ ਸ਼ਹਿਰ ਦੇ ਵਿੱਚੋਂ ਦੀ ਜਾਵਾਂਗੇ ਤਾਂ ਕਿ ਤੁਸੀਂ ਨਜ਼ਾਰੇ ਵੀ ਦੇਖਦੇ ਜਾਓ। ਇਸ ਸਾਈਡ ਤੇ ਜਿਹੜੀ ਤੁਸੀਂ ਬਿਲਡਿੰਗ ਉੱਚੀ ਦੇਖ ਰਹੇ ਹੋ ਨਾ, ਇਹ ਬਿਲਡਿੰਗ ਇੱਕ ਇੱਥੇ ਵੋਨੁੰਗਸ ਆਰਮਡ ਦੀ ਬਿਲਡਿੰਗ। ਫਰੈਂਕਫਰਟ ਦੇ ਵਿੱਚ ਜਿਹੜੇ ਲੋਕ ਸੈਟਲਡ ਨੇ ਔਰ ਉਹਨਾਂ ਦੀ ਆਮਦਨੀ ਥੋੜ੍ਹੀ ਹੈ, ਜਾਬਾਂ 'ਚ ਘੱਟ, ਉਹ ਫਿਰ ਇਸ ਬਿਲਡਿੰਗ 'ਚ ਅਪਲਾਈ ਕਰਦੇ ਨੇ। ਉਹਨਾਂ ਨੂੰ ਗੌਰਮੈਂਟ ਦੇ ਕੰਟਰੋਲ ਰੇਟ ਦੇ ਉੱਤੇ ਫਿਰ ਮੁਖਤਲਿਫ ਆਫਰਸ ਆਉਂਦੀਆਂ ਨੇ ਕਿ ਮਕਾਨ। ਸਾਹਮਣੇ ਤੁਸੀਂ ਦੇਖ ਰਹੇ ਹੋ ਕਿ ਉਹ ਸਿਟੀ ਵੱਲ ਅਸੀਂ ਜਾ ਰਹੇ ਹਾਂ, ਮੇਨ ਹੈ ਜਿਹੜਾ ਹੱਬ ਹੈ ਫਰੈਂਕਫਰਟ ਦਾ। ਕਰੋਨਾ ਟਾਈਮ ਦੇ ਵਿੱਚ ਤਕਰੀਬਨ ਕਾਰੋਬਾਰ ਸਾਰੇ ਬੰਦ ਨੇ, ਲੇਕਿਨ ਜਿਹੜੇ ਕੀਓਸਕ ਜਿੱਥੇ ਪੀਣ ਪਿਲਾਉਣ ਵਾਲੀਆਂ ਚੀਜ਼ਾਂ ਮਿਲਦੀਆਂ ਨੇ ਜਾਂ ਛੋਟੀਆਂ, ਉਹ ਖੁੱਲ੍ਹ, ਉਹਦੇ ਵਿੱਚ ਵੀ ਅਗਰ ਕਿਸੇ ਜਾਣਾ ਹੈ ਤੇ ਨਕਾਬ ਪਾ ਕੇ ਉਹ ਦੇਖੋ ਨਾ ਅੰਦਰੋਂ ਨਿਕਲੇ। ਇਹ ਬਾਰ ਫਿਲਹਾਲ ਅਜੇ ਇਹਨਾਂ ਦੇ ਚੱਲ ਰਹੇ। ਰੈਸਟੋਰੈਂਟ 'ਚ ਵੀ ਡਿਲੀਵਰੀ ਸਿਰਫ ਹੋ ਸਕਦੀ ਖਾਣੇ ਦੀ, ਉੱਥੇ ਬਹਿ ਕੇ ਨਹੀਂ ਖਾਣਾ। ਅਸੀਂ ਅਗਰ ਇਸ ਸੜਕ 'ਤੇ ਸਿੱਧੇ ਚਲੇ ਜਾਂਦੇ ਐਸ਼ਰਸਹਾਈਮਰ ਲਾਂਡਸਟ੍ਰਾਸ ਦੀ ਸਿਟੀ ਦੇ ਮਿਡਲ 'ਚ ਚਲੇ ਜਾਣਾ ਸੀ, ਕਿਉਂਕਿ ਸਾਡੀ ਮੰਜ਼ਿਲ ਹੁਣ ਉੱਧਰ ਹੈ ਜਿਹੜਾ ਤੁਹਾਨੂੰ ਦੱਸ ਰਹੇ ਹਾਂ। ਉਹ ਫਾਰਮ ਹਾਊਸ ਜਾਂ ਕਿ ਗਾਰਡਨ, ਜਿਹੜਾ ਸਾਡੇ ਦੋਸਤ ਨੇ ਉਹਨਾਂ ਨੂੰ ਬਾਈ ਕਿਸਮਤ ਨਾਲ ਜਾਂ ਵੇਟਿੰਗ ਦੇ ਨਾਲ ਸਬਰ ਦਾ ਫਲ ਮਿਲਿਆ ਕਿ ਬਹੁਤ ਹੀ ਅੱਛਾ ਜਿਹੜਾ ਉਹਨਾਂ ਨੇ ਮੈਨੂੰ ਬਿਆਨ ਕੀਤਾ ਕਿ ਹਰ ਚੀਜ਼ ਉਹਦੇ ਵਿੱਚ ਮੌਜੂਦ ਹੈ। ਉਹਦੇ ਵਿੱਚ ਅਮੂਮਨ ਇੱਥੇ ਜਿਹੜੇ ਗਾਰਡਨ ਮਿਲਦੇ ਨੇ ਲੋਕਾਂ ਨੂੰ, ਉਹਦੇ ਵਿੱਚ ਬਿਜਲੀ ਦੀ ਸਹੂਲਤ ਨਹੀਂ ਹੁੰਦੀ। ਉਹਦੇ ਵਿੱਚ ਹੋਰ ਵੱਡੀਆਂ ਚੀਜ਼ਾਂ ਜਿਹਦੇ ਤੁਸੀਂ ਬਹਿ ਕੇ ਆਪਣਾ ਇੰਜੋਇਮੈਂਟ ਕਰੋ। ਉਹ ਦੱਸ ਰਹੇ ਸਨ ਕਿ ਮੈਨੂੰ ਉਹਦੇ ਵਿੱਚ ਜਿਹੜੇ ਕੋਈ ਪਹਿਲੇ ਜਿਹਦੇ ਕੋਲ ਸੀ ਜਰਮਨ ਕੋਲ, ਉਹਨੇ ਵਿੱਚ ਹਟਸ ਵੀ ਬਣਾਇਆ ਔਰ ਉਹਦੇ ਵਿੱਚ ਉਹਨੇ ਬਿਜਲੀ ਦਾ ਵੀ ਇੰਤਜ਼ਾਮ ਕੀਤਾ ਕਿ ਨੇੜਿਓਂ ਕਿਧਰੋਂ ਲੈ ਕੇ, ਔਰ ਕਾਫੀ ਖੁੱਲ੍ਹੀ ਜਗ੍ਹਾ ਔਰ ਮਸ਼ੀਨਾਂ। ਉਹ ਹੁਣ ਅਸੀਂ ਜਾ ਕੇ ਇਨਸ਼ਾਅੱਲਾ ਦੇਖਾਂਗੇ ਤੇ ਫਿਰ ਤੁਹਾਨੂੰ ਉਹਦੀਆਂ ਅਫਾਦੀਅਤ ਬਿਆਨ ਕਰਾਂਗੇ ਕਿ ਉਹਨਾਂ ਦੇ ਕੀ ਫਵਾਇਦ ਨੇ। ਇੱਥੇ ਅਮੂਮਨ ਲੋਕਾਂ ਨੂੰ ਇਹ ਜਿਨ੍ਹਾਂ ਕੋਲ ਸਹੂਲਤ ਮੌਜੂਦ ਹੁੰਦੀ, ਉਹ ਫਿਰ ਗਰਮੀਆਂ ਦੇ ਵਿੱਚ ਜਾ ਕੇ ਉੱਥੇ ਬਹਿ ਕੇ ਗਾਰਡਨਿੰਗ ਕਰਦੇ ਨੇ, ਆਪਣੀਆਂ ਸਬਜ਼ੀਆਂ ਫੁੱਲ ਲਗਾਉਂਦੇ ਨੇ। ਲਓ ਜੀ, ਇਹ ਜਿਹੜੀ ਸਟਰੀਟ ਅਸੀਂ ਹੁਣ ਜਾ ਰਹੇ ਹਾਂ ਰੋਇਟਰਵਿਕ, ਇਹ ਇਸ ਤੋਂ ਬਾਅਦ ਇਹ ਮਾਈਨਜ਼ਰ ਲਾਂਡਸਟ੍ਰਾਸ ਬਣ ਜਾਏਗਾ। ਉਹ ਵੀ ਕਾਫੀ ਲੰਬੀ ਸਟਰੀਟ ਹੈ, ਰੇਲਵੇ ਸਟੇਸ਼ਨ ਦੇ ਕੋਲੋਂ ਚੱਲ ਕੇ ਤਕਰੀਬਨ ਉਹ ਗ੍ਰੀਸਹਾਈਮ ਹਿਊਕਸਟ ਵੱਲੋਂ ਚਲੀ ਜਾਂਦੀ ਹੈ। ਕਾਫੀ ਕਿਲੋਮੀਟਰ ਲੰਬੀ, ਮੇਰਾ 700-800 ਨੰਬਰ ਨੇ ਉਹਦੇ। ਇਹ ਸਾਹਮਣੇ ਤੁਸੀਂ ਜਿਹੜਾ ਦੇਖ ਰਹੇ ਹੋ ਉੱਚੀਆਂ ਬਿਲਡਿੰਗਾਂ, ਇਹ ਰੇਲਵੇ ਸਟੇਸ਼ਨ ਦਾ ਜਿਹੜਾ ਏਰੀਆ ਵੇ, ਉੱਥੇ ਜਿਹੜੀਆਂ ਬੈਂਕਸ ਨੇ ਵੱਡੇ ਉੱਚੀਆਂ ਬਿਲਡਿੰਗਾਂ, ਉਹ ਦੇਖ ਰਹੇ ਤੁਸੀਂ। ਫਰੈਂਕਫਰਟ ਦੇ ਵਿੱਚ ਹੁਣ ਬਾਅਦ ਜਗ੍ਹਾ 'ਤੇ ਉਹਨਾਂ ਨੇ ਕਾਨੂੰਨ ਬਣਾ ਦਿੱਤਾ ਕਿ ਜਿੱਥੇ ਜ਼ਿਆਦਾ ਰਸ਼ ਲੋਕਾਂ ਦਾ ਫਿਰਨਾ ਟੁਰਨਾ, ਉੱਥੇ ਤੁਸੀਂ ਲਾਜ਼ਮੀ ਜਿਹੜਾ ਨਕਾਬ ਪਾ ਕੇ ਜਾਂ ਮਾਸਕ ਪਾ ਕੇ। ਇਸ ਸਾਈਡ 'ਤੇ ਤੁਸੀਂ ਜਿਹੜਾ ਦੇਖ ਰਹੇ ਹੋ ਬਿਲਡਿੰਗ, ਕਾਫੀ ਪੁਰਾਣੀ ਬਿਲਡਿੰਗ ਹੈ ਔਰ ਇਹਦੇ ਵਿੱਚ ਵੱਡੇ ਜਿਹੜੇ ਹੁੰਦੇ ਨਾ ਕੰਸਰਟ ਵਗੈਰਾ ਜਾਂ ਕੋਈ ਮਿਊਜ਼ਿਕ ਦਾ ਪ੍ਰੋਗਰਾਮ ਹੋਏ, ਇਸ ਤਰ੍ਹਾਂ ਦੇ ਇਹਦੇ ਵਿੱਚ ਹੁੰਦੇ ਨੇ। ਕਾਫੀ ਮਸ਼ਹੂਰ ਜਗ੍ਹਾ ਔਰ ਅੱਗੇ ਫਿਰ ਤੁਹਾਨੂੰ ਬਿਲਡਿੰਗਾਂ ਨਜ਼ਰ ਆ ਰਹੀਆਂ। ਲਓ ਜੀ, ਉੱਚੀਆਂ ਬਿਲਡਿੰਗਾਂ ਦੇ ਬਿਲਕੁਲ ਅਸੀਂ ਕਰੀਬ ਬਲਕਿ ਥੱਲੇ ਪਹੁੰਚ ਗਏ, ਤੇ ਮੈਂ ਕਿਹਾ ਚਲੋ ਇਹ ਵੀ ਨਜ਼ਾਰਾ ਦਿਖਾ ਦਈਏ। ਲਓ ਜੀ, ਇਹ ਦੇਖੋ ਤੁਸੀਂ ਕੈਸੀਆਂ ਜ਼ਬਰਦਸਤ ਕਿਸਮ ਦੀਆਂ ਬਿਲਡਿੰਗਾਂ। ਜ਼ਿਕਰ ਜਿਹੜਾ ਚੱਲ ਰਿਹਾ ਸੀ ਕਿ ਤੁਹਾਨੂੰ ਜਾ ਕੇ ਇਨਸ਼ਾਅੱਲਾ ਉਹ ਗਾਰਡਨ ਦਿਖਾਵਾਂਗੇ। ਇੱਥੇ ਅਮੂਮਨ ਇਹ ਹੈ ਕਿ ਜਿਹੜੇ ਗਾਰਡਨਸ ਨੇ ਨਾ, ਉਹ ਸਿਟੀ ਵੱਲੋਂ ਵੀ ਅਲਾਟ ਹੁੰਦੇ ਨੇ। ਬਾਅਦ ਫਿਰ ਉਹਨਾਂ ਦੀ ਕੋਈ ਤਨਜ਼ੀਮਾਂ ਬਣੀਆਂ ਹੁੰਦੀਆਂ ਨੇ, ਉਹਨਾਂ ਨੇ ਬਾਅਦ ਸ਼ਰਾਇਤ ਹੁੰਦੀਆਂ ਕਿ ਤੁਸੀਂ ਸਾਫ਼ ਰੱਖਣਾ ਹੈ ਔਰ ਕੱਟਣਾ। ਜਿਹੜੀ ਸਿਟੀ ਵੱਲੋਂ ਜਿਹੜਾ ਮਿਲਦਾ ਉਹਦੇ 'ਚ ਇੱਕ ਥੋੜ੍ਹਾ ਜਿਹਾ ਤੁਹਾਨੂੰ ਜ਼ਰਾ ਰਿਲੈਕਸੇਸ਼ਨ ਹੁੰਦੀ ਹੈ। ਤੇ ਜਾ ਕੇ ਅੱਜ ਦੇਖਾਂਗੇ ਤੇ ਤੁਹਾਨੂੰ ਨਾਲ ਦਿਖਾਵਾਂਗੇ ਕਿ ਉੱਥੇ ਬਹਿ ਕੇ ਇੱਕ ਕ੍ਰਿਕਟ ਦਾ ਮੈਚ ਜਿਹੜਾ ਅੱਜ ਫਾਈਨਲ ਹੈ ਪਾਕਿਸਤਾਨ ਦੇ ਵਿੱਚ, ਬੜਾ ਧੜੱਲੇ ਦਾ ਮੈਚ, ਕਰਾਚੀ ਔਰ ਲਾਹੌਰ
ਦਾ ਫਾਈਨਲ ਮੈਚ PSL 2020 ਦਾ ਹੋ ਰਿਹਾ, ਉਹ ਉੱਥੇ ਪ੍ਰੋਗਰਾਮ 'ਤੇ ਬੈਠ ਕੇ ਦੇਖਾਂਗੇ ਤੇ ਨਾਲ ਅਸੀਂ ਉੱਥੇ ਜਨਾਬ ਗ੍ਰਿਲ ਕਰਾਂਗੇ, ਤੁਹਾਨੂੰ ਨਾਲ ਸ਼ਾਮਲ ਕਰਾਂਗੇ, ਉਹ ਨਜ਼ਾਰੇ ਦਿਖਾਵਾਂਗੇ। ਇਹ ਦੇਖੋ ਬਿਲਡਿੰਗਾਂ, ਇਹ ਪੈਨਸਲ ਨੁਮਾ ਬਿਲਡਿੰਗ, ਇਹ ਵੀ ਬੜੀ ਮਸ਼ਹੂਰ ਸੀ ਪਹਿਲੇ ਕਿਸੇ ਜ਼ਮਾਨੇ 'ਚ, ਸਭ ਤੋਂ ਉੱਚੀ ਇਹ ਸੀ ਯੂਰਪ ਦੀ, ਉਹਦੇ ਬਾਅਦ ਕਈ ਉੱਚੀਆਂ ਚਲੀਆਂ ਗਈਆਂ। ਦੇਖੋ ਜੀ ਕਿਆ ਜ਼ਬਰਦਸਤ ਨਿਜ਼ਾਮ ਹੈ। ਨਾਲ ਨਾਲ ਸਾਡੇ ਟਰਾਮ ਜਾ ਰਹੀ ਹੈ ਤੇ ਨਾਲ ਨਾਲ ਹੀ ਅਸੀਂ ਗੱਡੀ ਡਰਾਈਵਿੰਗ ਕਰ ਰਹੇ ਹਾਂ। ਪੂਰੇ ਸ਼ਹਿਰ ਦੇ ਵਿੱਚ ਇਹਨਾਂ ਨੇ ਨਿਜ਼ਾਮ ਵਸਾਇਆ ਹੈ ਜੀ। ਇਹ ਇੱਕ ਵੱਲੋਂ ਆ ਰਹੀ ਹੈ ਜਿਹੜੀ ਸਟੇਡੀਅਮ ਨੂੰ ਜਾਏਗੀ, ਤੇ ਇਹ ਦੇਖੋ ਤੁਸੀਂ ਨਾਲ ਨਾਲ ਬੇਸ਼ੁਮਾਰ ਨਵੀਆਂ ਤਾਮੀਰਾਤ ਹੋ ਰਹੀਆਂ ਨੇ ਸਟਰੀਟ ਦੇ ਉੱਤੇ, ਮਾਈਨਜ਼ਲੀਨ ਲਾਂਡਸਟ੍ਰਾਸੇ। ਲੋ ਜੀ ਸਾਹਮਣੇ ਆ ਗਿਆ ਜੀ ਗਾਲੂਸ ਫੀਅਰਟਲ, ਗਾਲੂਸ ਵਾਰਟ ਇਹਨੂੰ ਕਹਿੰਦੇ ਆ, ਮਾਈਨਜ਼ਰ ਲਾਂਡਸਟ੍ਰਾਸੇ ਦੇ ਉੱਤੇ। ਇੱਥੋਂ ਅਸੀਂ ਲੈਫਟ ਸਾਈਡ ਨੂੰ ਨਿਕਲ ਜਾਵਾਂਗੇ, ਵਿੱਚੋਂ ਦੀ ਜ਼ਰਾ ਰਸਤਾ ਸ਼ਾਰਟ ਹੈ, ਸਿੱਧੇ ਜਾਵਾਂਗੇ ਤੇ ਮਾਈਨਜ਼ਰ ਲਾਂਡ ਜ਼ਰਾ ਲੰਬਾ ਪਏਗਾ। ਤੇ ਇਸ ਸਾਈਡ ਦੇ ਉੱਤੇ ਉਹ ਆਫਿਸਿਸ ਨੇ ਕੁਛ, ਔਰ ਫਿਰ ਅੱਗੇ ਉਹ ਗਾਰਡਨ ਸ਼ੁਰੂ ਹੋ ਜਾਣਗੇ ਜਿਹਦਾ ਤੁਹਾਡੇ ਨਾਲ ਜ਼ਿਕਰ ਚੱਲ ਰਿਹਾ। ਇਹਨਾਂ ਦੇ ਵਿੱਚ ਇਹ ਹੈ ਕਿ ਜਿਹੜੇ ਲੋਕਾਂ ਦੇ ਕੋਲ ਸਹੂਲਤ ਮੌਜੂਦ ਹੈ, ਆਪਣੇ ਘਰੋਂ ਆਰਾਮ ਦੇ ਨਾਲ ਗ੍ਰਿਲ ਦਾ ਸਮਾਨ ਜਾਂ ਜੋ ਵੀ ਲੈ ਕੇ ਉੱਥੇ ਆ ਕੇ 5-7 ਘੰਟੇ ਜਿੰਨੇ ਆਰਾਮ ਨਾਲ ਸਕੂਨ ਨਾਲ ਫੈਮਿਲੀ, 2 ਫੈਮਲੀਆਂ ਮਿਲ ਕੇ ਇੰਜੋਏ ਕਰ ਸਕਦੇ ਨੇ। ਇਸ ਸਾਰੇ ਜਿਹਨੂੰ ਵੀ ਇਹ ਸਹੂਲਤ ਮਿਲੀ ਹੈ, ਲੇਕਿਨ ਬੁਨਿਆਦੀ ਚੀਜ਼ ਹੈ ਕਿ ਸ਼ੌਕ ਹੋਣਾ ਚਾਹੀਦਾ। ਲੋ ਜੀ ਸਿੱਧੇ ਵੀ ਜਾ ਸਕਦੇ ਸੀ ਅਸੀਂ, ਲੇਕਿਨ ਅਸੀਂ ਇਹ ਸ਼ਾਰਟ ਰਸਤਾ ਜ਼ਰਾ ਅਖਤਿਆਰ ਕਰਾਂਗੇ ਸਿੱਧੀ। ਤੇ ਦੇਖੋ ਇਹ ਕੀ ਨਾਂ ਹੈ ਜੀ, ਸਟ੍ਰੈਸ ਦਾ ਹੁਣ ਪਤਾ ਨਹੀਂ ਮੇਰੇ ਜ਼ਹਨ 'ਚ ਨਹੀਂ, ਲੇਕਿਨ ਇੱਧਰ ਵੀ ਦੇਖੋ ਤੁਸੀਂ ਬਿਲਡਿੰਗਾਂ ਤਾਮੀਰਾਤ ਹੋ ਰਹੀਆਂ ਨੇ ਹਰ ਪਾਸੇ, ਨਵੀਆਂ ਬਿਲਡਿੰਗਾਂ, ਨਵੇਂ। ਕੀ ਹੋ ਗਿਆ ਮਾਮਲਾ? ਤੋ ਜਿਹੜਾ ਤੁਹਾਨੂੰ ਜ਼ਿਕਰ ਕਰ ਰਹੇ ਸੀ ਨਾ, ਉਹ ਇੱਕ ਗਾਰਡਨ ਦਾ ਕਹਿ ਲਓ ਜਾਂ ਇੱਕ ਜਿਹੜੇ ਉੱਥੇ ਫਾਰਮ ਹਾਊਸ ਕਹਿ ਲਓ, ਇਹ ਸਾਡੇ ਦੋਸਤਾਂ ਨਾਲ ਉਧਰ ਅਸੀਂ ਅੱਜ ਕ੍ਰਿਕਟ ਦਾ ਮੈਚ ਜਿਹੜਾ ਨਾ ਫਾਈਨਲ PSL, ਉਹ ਬੈਠ ਕੇ ਇਕੱਠੇ ਦੇਖਾਂਗੇ ਔਰ ਇੰਜੋਏ ਕਰਾਂਗੇ। ਇਹ ਨਹੀਂ ਕਿ ਘਰ ਨਹੀਂ ਦੇਖ ਸਕਦੇ, ਲੇਕਿਨ ਜਿਹੜਾ ਇਹ ਦੋਸਤਾਂ ਦੇ ਨਾਲ ਬੈਠ ਕੇ ਇੰਜੋਏ ਕਰਨ ਦਾ ਮਜ਼ਾ ਹੈ, ਔਰ ਜਿਹੜੀਆਂ ਗੱਪਾਂ ਲੱਗਣੀਆਂ ਔਰ ਜਿਹੜੇ ਉਹ ਮਸ਼ਾਗਲ ਜਾਂ ਜੁਗਤਾਂ, ਉਹ ਮਜ਼ਾ ਇਹਨਾਂ ਮੁਲਕਾਂ ਦੇ ਵਿੱਚ ਅਵੇਲੇਬਲ ਨਹੀਂ ਹੈ। ਉਹਨੂੰ ਅਸੀਂ ਤਾਜ਼ਾ ਕਰਨ ਵਾਸਤੇ ਜਾ ਰਹੇ ਹਾਂ, ਦੇਖਦੇ ਹਾਂ ਅੰਦਰ ਜਾ ਕੇ ਕਿ ਅੰਦਰੋਂ ਹੁਣ ਕੀ ਕੰਡੀਸ਼ਨ ਹੈ। ਇਹ ਬਾਹਰ ਦੀ ਤੁਸੀਂ ਲੋਕੇਸ਼ਨ ਉਹਨਾਂ ਦੀ ਐਂਟਰੀ ਦੀ ਦੇਖ ਲਈ। ਦੇਖੋ ਗਾਰਡਨ ਕੀ ਐਂਟਰੀ ਜੀ, ਕਿਸੇ ਹੋਰ ਦਾ ਸੀ, ਗਲਤੀ ਨਾਲ ਉਧਰ ਵੜ ਗਏ। ਹੁਣ ਤੁਹਾਨੂੰ ਅਸਲ ਵਹਾਨੇ ਇਹ ਐਂਟਰੀ ਹੈ ਮਾਸ਼ਾਅੱਲਾ। ਅੰਦਰੋਂ ਦੇਖਦੇ ਹਾਂ ਕੀ ਹੈ, ਸਾਰੇ ਨਿਜ਼ਾਮ ਜਿਹੜੇ ਨੇ ਹਰ ਤਰ੍ਹਾਂ ਦੇ। ਇਹ ਦੇਖੋ ਤੁਸੀਂ, ਇਹ ਗਰਮੀਆਂ ਦੇ ਵਿੱਚ ਜੋ ਇੱਥੇ ਮਜ਼ਾ ਹੈ ਉਹ ਸਰਦੀਆਂ 'ਚ ਤਾਂ ਨਹੀਂ ਹੋਣਾ। ਹਰ ਤਰ੍ਹਾਂ ਦੀ ਸਹੂਲਤ ਰੱਖੀ ਹੈ। ਗ੍ਰਿਲ ਕਰੋ, ਬੱਚਿਆਂ ਨੂੰ ਇੰਜੋਏ ਕਰੋ, ਬਾਕੀ ਹਾਰਟ ਬਣੇ ਨੇ, ਪਰਲੇ ਪਾਸੇ ਸਮਾਨ ਪਿਆ, ਮਸ਼ੀਨਾਂ। ਅੱਜ ਇੱਥੇ ਦੇਖੋ ਕਿ ਜੰਗਲ 'ਚ ਮੰਗਲ ਕਿਸ ਤਰ੍ਹਾਂ ਦਾ ਬਣਦਾ। ਲਓ ਜੀ ਇਹ ਦੇਖੋ ਤੁਸੀਂ, ਮੈਂ ਜਿਵੇਂ ਜ਼ਿਕਰ ਕਰ ਰਿਹਾ ਸੀ ਪਹਿਲੇ ਕਿ ਇਹ ਜਿਹੜੀਆਂ ਸਹੂਲਤਾਂ ਨੇ ਨਾ ਜਰਮਨੀ ਦੇ ਵਿੱਚ ਜਾਂ ਯੂਰਪ 'ਚ, ਲੋਕਾਂ ਦੇ ਘਰ ਹੁੰਦੇ ਨੇ ਛੋਟੇ ਉੱਚੀਆਂ ਬਿਲਡਿੰਗਾਂ, ਉਹ ਉੱਥੋਂ ਝਾਕਦੇ ਰਹਿੰਦੇ ਨੇ ਬਾਹਰ ਲੋਕਾਂ ਨੂੰ ਗਾਰਡਨ ਛੱਡਣ। ਤੇ ਜਿਹਨੂੰ ਇਸ ਤਰ੍ਹਾਂ ਦਾ ਮਿਲ ਜੇ ਆਪਣਾ ਘਰ ਦੀ ਸਹੂਲਤ, ਜਿਹਦੇ ਵਿੱਚ ਤੁਹਾਨੂੰ ਬੱਚਿਆਂ ਵਾਸਤੇ ਖੁੱਲ੍ਹੀ ਜਗ੍ਹਾ, ਥੱਲੇ ਕਾਸ ਹੋ ਰਿਹਾ, ਦੇਖੋ ਨਾਲ ਛੋਟਾ ਜਿਹਾ ਸਵਿਮਿੰਗ ਪੂਲ ਵੀ ਬਣਿਆ, ਇਹਦੇ ਵਿੱਚ ਪਾਣੀ ਪਾਓ ਔਰ ਜਿਹੜੀਆਂ ਉਹ ਦਿਲ ਕਰਦੇ ਨੇ ਜਾ ਕੇ ਲੋਕੀ ਸਵਿਮਿੰਗ ਪੂਲ 'ਚ ਬੇਪਰਦਗੀ ਇਹ ਉਹ, ਇੱਥੇ ਆਪਣੇ ਘਰ ਦੇ ਮਾਹੌਲ ਦੇ ਵਿੱਚ ਆਰਾਮ ਨਾਲ ਬੱਚੇ ਨਹਾਉਣ ਤੋਂ ਕੋਈ ਮਸਲਾ ਨਹੀਂ ਹੈਗਾ। ਉਹਨਾਂ TV ਦਾ ਇੰਤਜ਼ਾਮ ਪੂਰਾ ਹੈ। ਥੋੜ੍ਹੀ ਦੇਰ ਤੱਕ ਮੇਰਾ ਖਿਆਲ ਹੈ ਮੈਚ ਜਿਹੜਾ TV ਨਹੀਂ ਤੇ ਬਾਕੀ ਲੈਪਟਾਪ 'ਤੇ ਜਾਂ ਦੂਸਰਾ ਇੰਸ਼ਾਅੱਲਾ ਤਾਲਾ ਚੱਲੇਗਾ। ਨਾਲ ਸਾਡੇ ਆਪਣਾ ਦੂਸਰਾ ਇੱਕ ਬੰਦੋਬਸਤ ਕੀਤਾ, ਉਹ ਵੀ ਇੰਸ਼ਾਅੱਲਾ ਤੁਹਾਨੂੰ ਦਿਖਾਵਾਂਗੇ ਫਿਰ। ਲਓ ਜੀ ਮੈਂ ਤੁਹਾਨੂੰ ਉਹਨਾਂ ਦੋਸਤਾਂ ਨਾਲ ਮਿਲਾਨਾ ਵਾਂ ਜਿਨ੍ਹਾਂ ਨੂੰ ਅੱਲਾਹ ਤਾਲਾ ਨੇ ਇਸ ਖੂਬਸੂਰਤ ਗਾਰਡਨ ਤੋਂ ਨਵਾਜ਼ਿਆ। ਖਾਹਿਸ਼ਾਂ ਤਾਂ ਬੜੀਆਂ ਦੀਆਂ ਹੁੰਦੀਆਂ, ਲੇਕਿਨ ਸਾਰਿਆਂ ਨੂੰ ਮਿਲਦਾ ਨਹੀਂ। ਤੇ ਇਹਨਾਂ ਮੇਰਾ ਜ਼ਿਕਰ ਕਰ ਰਹੇ ਸਨ ਕਿ ਮੈਨੂੰ ਕਿਸ ਤਰ੍ਹਾਂ ਇਹ ਮਿਲਿਆ ਇੰਨੀ ਦੇਰ ਵੇਟ ਕਰਨ ਦਾ। ਦੂਜਾ ਇਹ ਪਾਕਿਸਤਾਨ ਸਿੰਧ ਤੋਂ ਇਹਨਾਂ ਦਾ ਤਲਕ, ਇਹਨਾਂ ਦੇ ਵਾਲਿਦ ਸਾਹਿਬ ਨੂੰ ਬੜਾ ਅਰਸਾ ਖਿਦਮਤ ਦਾ ਮੌਕਾ ਮਿਲਿਆ ਮੌਜੂਦਾ ਹਜ਼ੂਰ ਦੇ ਨਾਲ ਵੀ, ਔਰ ਇਹ ਵੀ ਰੱਵਾ ਰਹੇ ਨੇ, ਥੋੜ੍ਹਾ ਜਿਹਾ ਦੱਸਣਗੇ। ਲਓ ਜੀ ਆਪਣਾ ਤਾਰਫ ਕਰਾ ਦਿਓ ਆਪਣਾ। ਰਾਸ਼ਿਦ ਅਹਿਮਦ ਚੀਮਾ ਖਾਕਸਰ ਦਾ ਨਾਮ ਹੈ ਤੇ ਪਾਕਿਸਤਾਨ ਰਾਣੀਪੁਰ ਦਾ ਤਾਲੁਕ ਹੈ, ਸਿੰਧ ਤੋਂ। ਤੇ ਜ਼ਿਮੀਦਾਰ ਜਿਹੜਾ ਘਰਾਣੇ ਨਾਲ ਤਾਲੁਕ ਹੈ, ਖੇਤੀਬਾੜੀ ਦਾ ਸ਼ੁਰੂ ਤੋਂ ਸ਼ੌਕ ਰਿਹਾ। ਬਾਅਦ 'ਚ ਰਬਵਾ ਆ ਗਏ ਸਾਂ ਤੇ ਰਬਵਾ ਤੋਂ ਬਾਅਦ ਕਾਫੀ ਅਰਸਾ ਮੈਂ ਜਰਮਨੀ ਫਰੈਂਕਫਰਟ ਸਿਟੀ ਦਾ ਜਿਹੜਾ ਸਟੱਡ ਦਾ ਹੁੰਦਾ ਹੈ ਅਪਲਾਈ ਕੀਤਾ ਸੀ। ਬਸ ਕੋਈ ਅੱਲਾ ਵੱਲੋਂ ਹੀ ਇੱਕ ਨੰਬਰ ਲੱਗਿਆ ਤੇ ਇਹ ਲੱਭ ਗਈ ਜਗ੍ਹਾ। ਪਿਛਲੇ ਸਾਲ ਹੀ ਲੱਭੀ ਸੀ ਤੇ ਬਹਰਹਾਲ ਬੜਾ ਕੰਮ ਸ਼ਾਮ ਕੀਤਾ ਇੱਥੇ। ਸਾਲ ਇੱਕ ਲੱਗੇ ਰਹੇ ਹਾਂ ਸਰਦੀ 'ਚ ਵੀ, ਹਾਲਾਂਕਿ ਮੈਂ 3-4 ਮਹੀਨੇ ਪਾਕਿਸਤਾਨ ਵੀ ਰਿਹਾ ਸਾਂ। ਤੇ
ਇਹ ਕਿੰਨੇ ਕੁਆਡਰੇਟ ਮੀਟਰ ਹੈ ਚੀਮਾ ਸਾਹਿਬ? 900 ਕੁਆਡਰੇਟ 900 ਕੁਆਡਰੇਟ ਮੀਟਰ। ਪਿਛਲੇ ਪਾਸੇ ਵੀ ਹੈ ਇਹਦੀ ਜਗ੍ਹਾ। ਇਹਦੇ ਉਹਦੇ ਨਾਲ ਥੋੜਾ ਜਿਹਾ ਨਾ ਤੁਸੀਂ ਥੋੜਾ ਜਿਹਾ ਦੇਖੀਏ ਸਹੀ ਅਸੀਂ ਨਾਲ। ਸਬਜ਼ੀਆਂ ਲਾਈਆਂ ਸਨ ਹੁਣ ਤੇ ਅੱਛਾ ਵਿੰਟਰ ਆ ਗਿਆ। ਤੁਹਾਡੀਆਂ ਸਬਜ਼ੀਆਂ ਸੀ ਉਹਦੇ ਤੇ ਫੇਸਬੁੱਕ ਤੇ ਵੇਖਦੇ ਰਹੇ ਆ ਕਾਫੀ, ਲੇਕਿਨ ਹੁਣ ਇਹ ਕਿ ਮਾਸ਼ਾਅੱਲਾ ਹਜੇ ਵੀ ਆਇਓ ਨਹੀਂ, ਬਾਕੀਆਤ ਹੈ ਕੁਛ। ਅੱਛਾ ਇਹ ਸਾਰਾ ਜਿਹੜਾ ਤੁਹਾਡੇ ਕੋਲ ਹੈ ਹਾਂਜੀ ਇਹ ਮਨ ਜਿਹੜਾ ਇੱਥੇ ਸਬਜ਼ੀਆਂ ਲਾਈਆਂ ਸਨ, ਲੇਕਿਨ ਹੁਣ ਸਰਦੀਆਂ ਦੀ ਵਜ੍ਹਾ ਤੋਂ ਕੁਛ ਹੈ ਵੀ ਜਿਵੇਂ ਅੱਛਾ ਲੱਗੀ ਹੋਈ ਹੈ ਬੰਦ ਗੋਭੀ ਹੈ। ਅੱਛਾ ਇਹ ਬੰਦ ਗੋਭੀ ਅਜੇ ਹੈ ਪਿੱਛੇ, ਬਾਕੀ ਥੋੜੀ ਜਿਹੀ ਗੋਭੀ ਹੈ ਵੀ ਪਈ ਹੈ। ਅੱਛਾ ਕਿਹੜੀ ਸਬਜ਼ੀ ਲਾਈ ਸੀ ਇਸ ਵਾਰੀ ਗਰਮੀਆਂ 'ਚ? ਇਸ ਵਾਰੀ ਕਾਫੀ ਲਾਈਆਂ ਸਨ। ਟਿੰਡੇ ਸਨ, ਹਾਂ ਪਹਿਲਾਂ ਐਕਸਪੈਰੀਮੈਂਟ ਕੀਤਾ ਸੀ, ਟਿੰਡਿਆਂ ਦਾ ਲੱਗੇ ਸਨ। ਇਹ ਪਾਕਿਸਤਾਨ ਤੋਂ ਲਿਆਂਦੇ ਸਨ ਬੀਜ? ਪਾਕਿਸਤਾਨ। ਭਿੰਡੀਆਂ ਲਗਾਈਆਂ ਸਨ ਅੱਛਾ ਤੇ ਮੋਂਗਰੇ ਲਾਏ ਨੇ, ਮੋਂਗਰੇ ਨੇ ਲਈ। ਅੱਛਾ ਪਾਕਿਸਤਾਨੀ ਬੇਸਿਕਲੀ ਪਾਕਿਸਤਾਨੀ ਮੂਲੀਆਂ ਲਿਆਂਦੀਆਂ ਸਨ ਤੇ ਪਾਕਿਸਤਾਨੀ ਗਾਜਰਾਂ ਵੀ ਲਾਈਆਂ ਸਨ। ਅੱਛਾ ਜੂਨ ਜੁਲਾਈ ਦਾ ਮਹੀਨੇ ਚ ਨਾਰਮਲ। ਅੱਛਾ ਸੋਚ ਨਹੀਂ ਸਕਦਾ ਜੂਨ ਸਹੀ। ਚ ਅੰਬ ਦਾ ਵੀ ਬੂਟਾ ਲੱਗਾ ਹੋਇਆ। ਅੱਛਾ ਇਹ ਹੁਣ ਚੱਲ ਗਿਆ ਤਾਂ ਠੀਕ ਹੈ ਅੰਬ। ਅੱਛਾ ਇਹ ਅੰਬ ਦਾ? ਹਾਂਜੀ। ਲੇਕਿਨ ਇੱਥੇ ਇਹਨਾਂ ਦਾ ਮੌਸਮ ਜਿਹੜਾ ਨਾ ਇਜਾਜ਼ਤ ਨਹੀਂ ਇੱਥੇ ਦਿੰਦਾ। ਇਹਨਾਂ ਤੁਸੀਂ ਦੇਖਿਆ ਇਹਨਾਂ ਨੇ ਜਿਹੜਾ ਗਾਰਡਨ ਹੈ ਨਾ ਪਾਲਮਨ ਗਾਰਡਨ, ਉਹਦੇ ਵਿੱਚ ਉਹਨਾਂ ਲਾਏ ਨੇ, ਲੇਕਿਨ ਉਹ ਗਰਮੀ ਰੱਖੀ ਉੱਥੇ ਉਹਨਾਂ ਨੇ ਕਾਫੀ ਉਸ ਲਿਹਾਜ਼ ਨਾਲ। ਲੇਕਿਨ ਇਹ ਕਿ ਛੱਲੀਆਂ ਵਗੈਰਾ ਵੀ ਲਾਈਆਂ ਬਹੁਤ ਅੱਛੇ। ਅੱਛਾ ਤੁਸੀਂ ਦੱਸ ਰਹੇ ਸੀਗੇ ਆਪਣਾ ਤੁਸੀਂ ਆਪਣਾ ਰੱਵਾ ਫਿਰ ਕਿਹੜੇ ਸੰਨ ਚ ਆ ਗਏ ਸੀ? ਰੱਵਾ ਅਸੀਂ 95 ਚ। 95 ਚ? ਹਾਂਜੀ 95 ਚ ਰੱਵਾ ਆ ਗਏ ਸਨ। ਤੁਸੀਂ ਜ਼ਿਕਰ ਕਰ ਰਹੇ ਸੀ ਕਿ ਵਾਲਦ ਸਾਹਿਬ ਨੂੰ ਹਜ਼ੂਰ ਦੇ ਨਾਲ ਵੀ ਕਾਫੀ 97 ਚ ਅੱਬੂ ਨੇ ਸ਼ੁਰੂ ਕਰਦਾ ਸੀ। 96 97 ਚ ਹਜ਼ਰਤ ਸਾਹਿਬ ਦੇ ਵਾਲਦ ਸਾਹਿਬ ਜਿਹੜੇ ਮੀਆਂ ਮਨਸੂਰ ਸਾਹਿਬ ਉਹਨਾਂ ਦੀ ਵਫਾਤ ਤੋਂ ਥੋੜਾ ਅਰਸਾ ਪਹਿਲਾਂ ਹੀ ਅੱਬੂ ਨੇ ਸ਼ੁਰੂ ਕੀਤੀ ਸੀ। ਅੱਛਾ ਫਿਰ ਉਸ ਤੋਂ ਬਾਅਦ ਫਿਰ ਮਰਕਜ਼ੀਆ ਖੁਦਾਮੁਲਿਆਂ ਦੀ ਮਰਕਜ਼ੀਆ ਨੇ ਇੱਕ ਡਿਊਟੀ ਸ਼ੁਰੂ ਕੀਤੀ ਸੀ। ਵਾਲਦ ਸਾਹਿਬ ਦਾ ਨਾਮ ਹੀ ਦੱਸ ਦਿਓ ਤਾਂ ਕਿ ਦੋਸਤ। ਮੁਬਾਰਕ ਚੀਮਾ ਸਾਹਿਬ ਨਾ, ਔਰ ਰੱਵਾ ਚ ਸਾਰੇ ਲੋਕ ਬਲਕਿ ਜਾਣਦੇ ਨੇ ਕਾਫੀ, ਤਕਰੀਬਨ ਸਾਰੇ ਜਿੰਨੇ ਵੀ ਨੇ ਪੁਰਾਣੇ। ਤੁਹਾਡੇ ਇੱਕ ਭਾਈ ਮੁਰੱਬੀ ਨੇ? ਹਾਂਜੀ ਸਭ ਤੋਂ ਛੋਟੇ ਭਾਈ ਮੁਰੱਬੀ ਨੇ। ਠੀਕ ਹੈ, ਕੀ ਨਾਮ ਉਹਨਾਂ ਦਾ? ਸ਼ਾਹਿਦ ਅਹਿਮਦ। ਉਹ ਰੱਵਾ ਹੁੰਦੇ ਨੇ? ਹਾਂਜੀ ਰੱਵਾ। ਠੀਕ ਹੈ। ਰੱਵਾ ਹੁੰਦੇ ਨੇ। ਜਿਹੜੇ 3 ਭਾਈਆਂ ਸੀ, ਜਿਹੜੇ ਦੂਸਰੇ ਨੰਬਰ ਵਾਲਾ ਉਹ ਇੰਡੀਅਨ ਹੁੰਦਾ। ਅੱਛਾ ਸਹੀ। ਬਹੁਤ ਮੈਂ ਜੀ ਥੋੜਾ ਦੱਸ ਦਿਆਂ, ਚੀਮਾ ਸਾਹਿਬ ਨਾਲ ਮੇਰਾ ਕ੍ਰਿਕਟ ਦੇ ਹਵਾਲੇ ਨਾਲ ਤਲਕ ਬਣਿਆ ਹੈ। ਕ੍ਰਿਕਟ ਦੇ ਬੜੇ ਸ਼ੌਕੀਨ ਨੇ, ਵਾਲੀਬਾਲ ਦੇ ਬੜੇ ਸ਼ੌਕੀਨ ਨੇ, ਤੇ ਸਾਨੂੰ ਕ੍ਰਿਕਟ ਦਾ ਇੱਥੇ ਬੈਤੂ ਸਬੂਚ ਖਿਡਾਉਣ ਦਾ ਪੂਰਾ ਸਿਹਰਾ ਇਹਨਾਂ ਦੇ ਸਿਰੇ ਜਾਂਦਾ ਹੈ। ਜਿੰਨੇ ਬੰਦਿਆਂ ਨੂੰ ਅੱਜ ਦਾਵਤ ਦਿੱਤੀ ਹੈ, ਹੁਣ ਕਿੰਨੇ ਆਉਂਦੇ ਨੇ ਵਿੱਚ ਇਹ ਨਹੀਂ ਪਤਾ, ਕਿਉਂਕਿ ਕਰੋਨਾ ਹਾਲਾਤ ਦੀ ਵਜ੍ਹਾ ਤੋਂ ਲੋਕ ਥੋੜਾ ਜਿਹਾ ਮੁਹਤਾਤ ਨੇ। ਅਦਰਵਾਈਜ਼ ਇਹ ਕਿ ਅਗਰ ਹੁਣ ਨਾ ਹਾਲਾਤ ਠੀਕ ਹੁੰਦੇ ਤਾਂ ਬੜੀ ਰੌਣਕ ਹੋਣੀ। ਇਹ ਪਿਛਲੇ ਪਾਸੇ ਤੁਸੀਂ ਦੇਖ ਰਹੇ ਗੱਡੀਆਂ ਜਾ ਰਹੀਆਂ ਨੇ, ਮੇਨ ਸੜਕ ਜਿਹੜੀ ਉਹ ਫਰੈਂਕਫਰਟ ਦੇ ਵਿੱਚੋਂ ਇੱਕ ਤੇ ਗ੍ਰੀਸਹਾਈਮ ਵਾਲੀ ਮੰਜ਼ਿਲ, ਤੇ ਇਹ ਪਿੱਛੋਂ ਦੀ ਸ਼ਾਰਟਕਟ ਬਣਦਾ ਗ੍ਰੀਸਹਾਈਮ ਵਾਸਤੇ। ਆਓ ਜੀ ਅੱਗੇ ਚੱਲੀਏ। ਫਿਰ ਕਹਿੰਦੇ ਨੇ ਸ਼ੌਕ ਦਾ ਮੁੱਲ ਕੋਈ ਨਹੀਂ ਹੁੰਦਾ। ਜੰਗਲ 'ਚ ਮੰਗਲ ਬਣਾਇਆ ਬਕਾਇਦਾ, ਸਪੋਰਟ ਬੱਚਿਆਂ ਵਾਸਤੇ ਵੱਡਿਆਂ ਵਾਸਤੇ। ਫਿਰ ਇੱਧਰ ਹੈ ਗ੍ਰਿਲ ਦਾ ਨਾਲ ਸਿਸਟਮ ਸਾਰਾ ਰੱਖਿਆ ਹੈ। ਫਿਰ ਡਾਟ ਸਾਹਮਣੇ ਗੇਮ ਕੋਈ ਕਰਨੀ ਹੈ, ਔਰ ਲਾਈਟਿੰਗ ਦਾ ਇੰਤਜ਼ਾਮ ਅੰਦਰ ਹੀਟਰ ਚੱਲ ਰਿਹਾ ਦੇਖੋ, ਤੇ ਛੱਤਿਆ ਉੱਤੇ ਸਾਰਾ ਤੇ ਬੈਠਣਾ। ਅਗਰ ਕਿਸੇ ਦੇ ਵਿੱਚ ਮੇਰਾ ਖਿਆਲ ਹੈ ਕੋਈ ਵੱਡੀ ਟੇਬਲ ਪਈ ਹੈ, ਉਹ ਜਿਹੜੀ ਬਿਲੀਆਰਡ ਵਾਸਤੇ ਵੀ ਹੈ। ਅੰਦਰ ਵੀ ਤੁਹਾਨੂੰ ਦਿਖਾਉਂਦੇ ਹਾਂ। ਬਾਕੀ ਐਂਟਰੀ ਤੁਸੀਂ ਸਾਰੀ ਦੇਖ ਲਈ, ਹਰ ਚੀਜ਼ ਜਿਹੜੀ, ਤੇ ਛੱਤ ਬਕਾਇਦਾ। ਮੇਰਾ ਖਿਆਲ ਅਜੇ ਇਹਨਾਂ ਦਾ ਨਾ ਵਰਕ ਕੁਛ ਚੱਲ ਵੀ ਰਿਹਾ। 900 ਕੁਆਡਰੇਟ ਮੀਟਰ ਨੂੰ ਸਾਰਾ ਮੈਨੇਜ ਕਰਨਾ ਮੈਂ ਨਹੀਂ ਰੱਖਦਾ ਲਾਕ ਵਾਸਤੇ। ਮੇਰਾ ਖਿਆਲ ਗਾਲਬਨ ਮੇਰਾ ਜਿੱਦਾਂ ਕੋਈ ਮੈਨੂੰ ਲੱਗਦਾ ਵਾਸ਼ਰੂਮ ਵਗੈਰਾ ਬਕਾਇਦਾ, ਪਾਣੀ ਦਾ ਇੰਤਜ਼ਾਮ ਇਹਦੇ 'ਚ। ਫਿਰ ਇੱਧਰ ਅੱਗੇ ਚਲੇ ਜਾਓ, ਇਸ ਪਾਸੇ ਮੇਰਾ ਖਿਆਲ ਹੈ ਜਿਹੜੀਆਂ ਮਸ਼ੀਨਾਂ ਹੁੰਦੀਆਂ ਨੇ ਘਾਹ ਕੱਟਣ ਵਾਲੀਆਂ ਉਹ, ਔਰ ਬਾਕੀ ਦੇ ਕੋਈ ਅਗਰ ਕੋਈ ਚੀਜ਼ਾਂ ਹੈ ਦੇਖੋ, ਪਾਣੀ ਦਾ ਸਿਸਟਮ ਇੱਧਰ। ਮੇਰਾ ਅੰਦਾਜ਼ਾ ਕਿ ਇਹਨਾਂ ਦਾ ਬਿਲਕੁਲ ਉਹੀ ਹੈ ਜਿਹਨੂੰ ਤੁਸੀਂ ਲਾਗਰ ਰੂਮ ਕਹਿ ਸਕਦੇ ਹੋ। ਬਹੁਤ ਹੀ ਨਿਮਤ ਵੱਡੀ ਖੁਦਾ ਦੀ ਇਹਨਾਂ ਮੁਲਕਾਂ ਦੇ ਵਿੱਚ ਇਹਨਾਂ ਚੀਜ਼ਾਂ ਇਸ ਤਰ੍ਹਾਂ ਦੀਆਂ ਅਵੇਲੇਬਲ ਹੋ ਜਾਣੀਆਂ। ਇਹ ਹੁਣ ਕਿਉਂਕਿ ਸਰਦੀਆਂ ਨੇ ਹਜੇ ਇਹਦਾ ਕੋਈ, ਲੇਕਿਨ ਜਦੋਂ ਗਰਮੀਆਂ ਹੋਣੀਆਂ ਨਾ, ਇਹ ਦਰਖਤਾਂ ਨੇ ਵੀ ਇਸ ਤਰ੍ਹਾਂ ਗ੍ਰੀਨ ਤੇ ਹਰ ਚੀਜ਼ ਨੂੰ ਸੈੱਟ ਕਰ ਲਈ, ਤੇ ਹਜੇ ਇਹਨਾਂ ਨੂੰ ਚੰਦ ਮਹੀਨੇ ਹੋਏ ਨੇ ਲਿਆ ਜੀ। ਇਹ ਦੇਖੋ ਤੁਸੀਂ ਅੰਦਰ ਦਾ ਜਿਹੜਾ ਸਿਸਟਮ, ਬਾਹਰ ਤੇ ਗਾਰਡਨ ਜਿਹੜਾ ਹੈ ਹੀ ਹੈ, ਟੀਵੀ ਪੂਰਾ ਲੱਗਾ। ਇਹ ਕੀ ਫ੍ਰਿਜ ਨਾਲ ਇਸ ਪਾਸੇ ਸਾਰਾ ਫ੍ਰਿਜ ਹੀ ਹੈ ਨਾ। ਬਾਕੀ ਇਹ ਕਿ ਕੋਈ ਬੰਦਾ ਇੱਥੇ ਸੌਣਾ ਚਾਹੇ, ਆਪਣਾ ਰਿਹਾਇਸ਼ ਰੱਖਣੀ ਚਾਹੇ, ਇਹ ਸਾਰਾ ਪੂਰੇ ਦਾ ਪੂਰਾ ਫਲੈਜ ਕਿਚਨ, ਵੱਡਾ ਕਿਚਨ ਨਾਲ। ਬਹਰਹਾਲ ਚੀਮਾ ਸਾਹਿਬ ਮੈਂ ਬੜੇ ਵੇਖੇ ਨੇ ਗਾਰਡਨ, ਪਰ ਐਡਾ ਵੱਡਾ ਗਾਰਡਨ ਇੰਨੀਆਂ ਸਹੂਲਤਾਂ ਵਾਲਾ ਖੁੱਲਾ ਨਹੀਂ ਵੇਖਿਆ ਕਦੇ ਵੀ। ਦੋਸਤੋ ਇਹ ਦੇਖੋ, ਸਿੱਧੇ ਲੇਕਿਨ ਦੇਖੋ ਕੈਸਾ ਮਾਹੌਲ ਬਣਿਆ। ਕ੍ਰਿਕਟ ਮੈਚ ਲਾਈਵ ਫਾਈਨਲ ਲਾਹੌਰ ਕਰਾਚੀ, ਜਰਮਨੀ ਫਰੈਂਕਫਰਟ ਦੇ ਵਿੱਚ ਬਹਿ ਕੇ ਅਸੀਂ ਜਨਾਬ ਗਾਰਡਨ 'ਚ ਦੇਖੋ ਨਾਲ ਮਾਹੌਲ ਤਿਆਰ ਹੋਣ ਲੱਗਾ ਜੇ। ਇੱਕ ਪਾਸੇ ਨਾਲ ਗ੍ਰਿਲ ਦੀ ਤਿਆਰੀ ਹੋ ਰਹੀ ਹੈ,
ਔਰ ਇਧਰ ਲਾਈਵ ਮੈਚ ਚੱਲ ਰਿਹਾ। ਬਾਕੀ ਤੁਹਾਨੂੰ ਨਾਲ ਇਨਸ਼ਾਅੱਲਾ ਤਾਲਾ ਦਿਖਾਵਾਂਗੇ ਜਿਹਦੇ ਕੋਲ ਟਾਈਮ ਹੈ ਅੱਜ। ਇਧਰ ਵੀ ਤਿਆਰੀ ਹੋ ਰਹੀ ਹੈ, ਮਸਾਲਾ ਲੱਗ ਗਿਆ, ਇੱਕ ਪਾਸੇ ਕ੍ਰਿਕਟ ਦਾ ਮਸਾਲਾ, ਇੱਕ ਪਾਸੇ ਦੂਜਾ। ਲਓ ਜੀ, ਇੱਕ ਫਖਰ ਜ਼ਮਾਨ ਸਾਹਿਬ ਵੀ ਗਏ ਜੀ, ਪਹਿਲਾਂ ਤਮੀਮ ਇਕਬਾਲ ਸਾਹਿਬ ਗਏ ਨੇ। ਵਿਕਟ ਕੋਈ ਲੱਗਦੀ ਨਹੀਂ ਕਿ ਏਡੀ ਸੌਖੀ ਸ਼ਾਟਾਂ ਮਾਰਨ ਵਾਲੀ, ਲੇਕਿਨ ਇਹ ਕਿ ਨਾਲ ਡੈਕ ਦੇ ਉੱਤੇ ਇੰਜੋਏ ਹੀਟਿੰਗ ਦਾ ਵੀ ਨਿਜ਼ਾਮ। ਲਓ ਜੀ, ਲਾਈਵ ਨਜ਼ਾਰਾ ਦੇਖੋ, ਆਹ ਦੇਖੋ, ਇਹ ਹੈ ਜੀ ਮੈਚ ਦਾ ਮਜ਼ਾ। ਨਾਲ ਫਿਰ ਜਿਹੜੀ ਡਰਿਲ ਹੋਏਗੀ ਬਾਅਦ ਦਿਖਾਵਾਂਗੇ। ਆਖਰੀ ਓਵਰ ਦੀ ਮੇਰਾ ਖਿਆਲ ਹੈ 1-2 ਬਾਲਾਂ ਰਹਿ ਗਈਆਂ ਨੇ ਤੇ ਇਹਨਾਂ ਕੋਲ ਕੋਈ ਬਣਿਆ ਤੇ ਕੁਝ ਨਹੀਂ। ਲਾਹੌਰੀਏ ਤੇ ਗੇਦੀ ਕਰ ਕੇ ਲੇਦੀ ਕਰ ਗਏ ਨੇ। ਬਿਲਕੁਲ ਕੋਈ ਸਕੋਰ ਨਹੀਂ ਹੋਇਆ। 127 ਸਕੋਰ, 19.3 ਬਾਲਾਂ, ਜਿਹੜਾ 170-80 ਦਾ ਅੰਦਾਜ਼ਾ ਸੀ। ਲੇਕਿਨ ਵਿਕਟ ਵੀ ਬਹੁਤ ਮੁਸ਼ਕਲ ਹੈਗੀ ਹੈ ਇੱਥੇ ਤੇ ਕੁਝ ਨਹੀਂ ਬਣਿਆ। ਲੇਕਿਨ ਬਾਹਰ ਜਾ ਕੇ ਵੇਨੇ ਕਿ ਬਾਹਰ ਕੀ ਬਣਿਆ, ਉਧਰ ਕੰਮ ਪਖੜਿਆ ਇਸ ਤਰ੍ਹਾਂ। ਦੇਖੋ ਜੰਗਲ 'ਚ ਮੰਗਲ ਬਣਾਇਆ ਹੈ, ਸਭ बेहतरीन किस्म की लाइटनिंग शाइटनिंग। बड़ी हो कमाल, चौका मार गया, ये मफरीदी कर गया। देखो लाहौरियों को तो कुछ है नहीं, लेकिन जवान कुछ करेंगे। आखिरी बाल लाहौरियों लाइव ओए होए फुल टॉस मिस कर गया। दो स्ट्राइकर्स हैं, they get the second one quite easily, so it's not a bad end to the innings. Have they got enough? That is the big question in play. 134 ਤੇ ਦਾ ਮਤਲਬ 135। ਲਓ ਜੀ, ਇੱਕ ਪਾਸੇ PSL ਦਾ ਮੈਚ ਭਖਿਆ ਜੇ ਤੇ ਇੱਕ ਪਾਸੇ ਗ੍ਰਿਲ ਭਖੀ। ਦੋਨਾਂ ਦਾ ਇਮਤਜ਼ਾਜ ਦੇਖੋ ਤੁਸੀਂ। ਬੜੇ ਸਾਡੇ ਐਕਸਪਰਟ, ਗ੍ਰਿਲ ਦੇ ਐਕਸਪਰਟ ਵੀ ਸਾਡੇ ਕੋਲ ਮੌਜੂਦ ਨੇ ਤੇ ਜਨਾਬ ਇੱਧਰ ਖਾਣ ਵਾਲੇ ਵੀ ਆਏ ਨੇ। ਇੱਧਰ ਤਿਆਰ ਹੋ ਰਿਹਾ ਜੀ ਨਾਲ ਆ ਦੇਖੋ ਮਸਾਲਾ। ਕੀ ਬਾਤ ਹੈ ਜੀ, ਕੀ ਬਾਤ। ਵਾਹ, ਲਓ ਬਈ ਸੀਖ ਲਓ। ਨਾਲ ਗਰਮੀ ਸਰਦੀ ਦੇ ਵਿੱਚ ਗਰਮੀ ਦਾ ਵੀ ਇੰਤਜ਼ਾਮ ਪਾਕਿਸਤਾਨ ਯਾਦ ਆ ਜਾਏਗਾ ਤੁਹਾਨੂੰ। ਉੱਥੇ ਅਕਸਰ ਘਰਾਂ ਦੇ ਵਿੱਚ ਇਸ ਤਰ੍ਹਾਂ ਦੇ ਹੀਟਰਾਂ ਦਾ ਸਰਦੀ ਤੋਂ ਬਚਣ ਵਾਸਤੇ ਇੰਤਜ਼ਾਮ ਹੁੰਦਾ। ਲਓ ਜੀ, ਪਹਿਲੇ ਜਿਹੜਾ ਉਹ ਕੋਈ ਕਿਸੇ ਕਿਸਮ ਦਾ ਅੱਜ ਦੇ ਫਾਈਨਲ ਦੇ ਵਿੱਚ ਕੋਈ ਮੈਚ ਮਾਰਿਆ ਨਹੀਂ ਉਹਨੇ, ਲੇਕਿਨ ਹੁਣ ਤੁਹਾਨੂੰ ਕੋਈ ਪੁਰਾਣੀਆਂ ਵਖਾਣਾ ਇਹਦੇ ਛਿੱਕੇ ਜਿਹੜੇ ਪਹਿਲੇ ਮਾਰੇ ਸਨ। ਸੁਲਤਾਨ ਦੇ ਖਿਲਾਫ ਡੰਕ ਅੱਜ ਕੋਈ ਨਹੀਂ ਚੱਲ ਸਕਿਆ। ਲਓ ਜੀ, ਦੇਖੋ ਤੁਸੀਂ ਜਿਹੜੇ ਪਲੇਅਰ ਤੇ ਬੜੀ ਉਮੀਦ ਸੀ ਪਰ ਫਾਈਨਲ 'ਚ ਨਹੀਂ ਚੱਲਿਆ। ਹਫੀਜ਼ ਵੀ ਨਹੀਂ ਚੱਲਿਆ, ਲੇਕਿਨ ਇਹ ਕਿ ਪੁਰਾਣੀ ਇਨਿੰਗਸ ਦਾ ਤੁਹਾਨੂੰ ਪਤਾ ਹੈ। ਲੋ ਜੀ, ਚੇਜ਼ਿੰਗ ਚੱਲ ਰਹੀ ਹੈ। ਕਰਾਚੀ ਵਾਲੇ ਲੱਗਦਾ ਲੈ ਦੇ ਗਏ ਨੇ ਮੈਚ ਆਰਾਮ ਨਾਲ। ਦੋ ਤੁਸੀਂ ਤੇ ਸਾਡੇ ਪੁਰਾਣੇ ਦੋਸਤ ਕ੍ਰਿਕਟਰ ਪਲੇਅਰ ਜਿਹੜੇ ਰੌਣਕ ਲਾਉਣ ਵਾਲੇ ਗਰਾਊਂਡ ਦੇ ਵਿੱਚ ਅੱਜ ਆਏ ਨੇ। ਮਾਦ ਭਾਈ ਜ਼ਰਾ ਥੋੜਾ ਜਿਹਾ ਦੱਸ ਦਿਓ ਯਾਰ ਸਾਨੂੰ, ਥੋੜਾ ਜਿਹਾ ਦੱਸੋ ਕੋਈ ਕ੍ਰਿਕਟ कोई आप पाकिस्तान कहाँ से हैं आप? मैं पाकिस्तान में इस्लामाबाद मरी। बड़ी जगह अच्छी यार, अच्छा इलाका है। बाकी वैसे ही है कि क्रिकेट बचपन से शौक है ना। अच्छा, इतने आके पूरा किया लेकिन हमारा तो आपके साथ पहला चांस हुआ था, वो जो वेस्ट बान आपके पीछे जो मैं कहूँ अब्बासी और हम आए जनाब उधर मैच खेलने हाँ से, ओह वो भी बड़ी या उसके बाद फिर 440 रहा जनाब। सही है, आप तो अभी तक खेलते रहते हैं मेरा जहाँ भी मौका। ये हमारी दाएं तरफ वॉलीबॉल के भी ज़बरदस्त प्लेयर बैठे हुए हैं, चैम्पियंस जर्मनी के, और साथ आसम भाई क्रिकेट के माशाल्लाह जी। आसम भाई यार आप बताएं आपको कब क्रिकेट का शौक पड़ा? सर मैंने कराची से शुरू किया था क्रिकेट खेलना। कराची से, ये जो आज टीम जीतने वाली है इधर के इसमें प्ले इसके साथ रहे हैं आप, वेरी गुड यार। अच्छा, वो जीतने वालों के साथ अक्सर, अच्छा बस बाकी हमारे साथ ये वसीम भाई हैं जी, ये वॉलीबॉल के टॉप के बड़े ज़बरदस्त प्लेयर हैं, और क्रिकेट के तो स्पिन जो इनकी है ना वो कमाल की स्पिन मारते हैं, मैं कोई बंदा समझ नहीं सकता। और देखें बाहर का नज़ारा, वो उधर साथ साथ ग्रिल चल रही है। भाई दोस्त
अपना वो भी लगे हुए हैं और हम इधर जनाब अंदर मैच देख रहे हैं। चीमा साहब आप भी बता दें यार क्या करने लगे? क्या बात है, लाओ जी इधर चाय तैयार हो रही है। कमाल नहीं होगी वैसे, आज तो मैं कहता हूँ फुल फ्लैज जश्न हो गया हैं। इसको चीमा साहब आज आखिरी नहीं होना चाहिए, आगे भी चलना चाहिए। सर्दियों में सही है, प्रोग्राम बनाएंगे वेरी गुड। इंशाल्लाह जी बस ये मैच इस तरह के चलते रहे ना। 4 स्कोर जीतने वास्ते चाहिए। This has been one hell of achievement. All hail the new kings of PSL. Brilliant from Karachi Kings. What a performance. From start to finish, the way they held their nerve against the Multan Sultans in the Super Over. There's delight in there. But also remember the man that isn't with them. Dean Jones, who sadly passed away and would have been here tonight. I know he'd be looking down and he'd be so proud of all these players. And Wasim Akram, who has taken over. So give a little thought to him. ਚੀਮਾ ਸਾਹਿਬ ਬਹੁਤ ਮਿਹਰਬਾਨੀ ਜਨਾਬ, ਬਹੁਤ ਮਜ਼ਾ ਆਇਆ। ਤੁਸੀਂ ਜਨਾਬ ਆਪਣਾ ਕੰਮ ਚੰਗਾ ਅੱਜ ਨਾ ਅੱਛਾ ਜ਼ਬਰਦਸਤ ਕਿਸਮ ਦਾ ਮੈਚ ਤੇ ਲੈ ਗਿਆ ਕਰਾਚੀ। ਹਮਦਰਦੀ ਸਾਡੀ ਲਾਹੌਰ ਨਾਲ ਸੀ ਵੈਸੇ, ਪਰ ਚਲੋ ਦੋਨੋਂ ਗ੍ਰੇਲ ਕਰਾਚੀ ਵੱਲੋਂ ਸੀ ਜੀ। ਕ੍ਰਿਕਟ ਦਾ ਮੈਚ ਤੇ ਗਿਆ ਜੇ ਮੁੱਕ, ਲੈ ਗਿਆ ਕਰਾਚੀ ਤੇ ਪਿੱਛੇ ਹੁਣ ਮੈਚ ਰਹਿ ਗਿਆ ਜੀ ਸਨੋਕਰ ਦਾ। ਐਂ ਜੀ ਇਹ ਦੇਖੋ ਅੱਜ ਦੇ ਪੈਕਟ ਦੇ ਵਿੱਚ ਸਾਰੀਆਂ ਚੀਜ਼ਾਂ ਸ਼ਾਮਲ ਸਨ। ਗ੍ਰਿਲ ਵੀ ਸੀ, ਚਾਹ ਵੀ ਸੀ ਜਨਾਬ ਸਾਹਿਬ, ਕ੍ਰਿਕਟ ਦਾ ਮੈਚ ਸੀ। ਐਂਡ ਆ ਕੇ ਹੁਣ ਆਖਰੀ ਜਿਹੜਾ ਹਾਈਲਾਈਟ ਉਹਦੇ ਵਿੱਚ ਇਹ ਹੁਣ ਆਪਣਾ ਸਨੋਕਰ। ਆਵਾਜ਼ ਚੰਗਾ ਹੋਇਆ ਜੀ। ਵਾਹ ਵਾਹ ਜੀ। ਉਹ ਤੁਹਾਡੀ ਕਿਹੜੀ ਪੀਸ ਪਾਈ ਜੀ? ਉਹ ਵੀ ਨਹੀਂ ਸਰ। ਅੱਛਾ ਫਿਰ ਠੀਕ ਹੈ। 2 ਪੀਸ। ਓਹ ਕੀ ਬਾਤ। ਮੈਂ ਤੁਸੀਂ ਰੈਫਰੀ ਹੋ ਸਰ, ਤੁਸੀਂ ਬਾਲਾਂ ਕੱਢਣੀਆਂ ਨੇ। लो जी आ जाओ, आ जाओ जी, आ जाओ, मारो जी। वाह जानी चाहिए अंदर। लो जी दोस्तों, अज दा दिन बड़ा ही ज़बरदस्त गुजारन दे बाद ਹੁਣ ਨਾਈਟ ਟਾਈਮ ਫਰੈਂਕਫਰਟ ਦੀਆਂ ਉੱਚੀਆਂ ਬਿਲਡਿੰਗਾਂ, ਇਹਦਾ ਵੀ ਨਜ਼ਾਰਾ ਤੁਸੀਂ ਦੇਖ ਲਓ। ਤੁਸੀਂ ਇਹ ਦੇਖਿਆ ਕਿ ਕਿਸ ਤਰ੍ਹਾਂ ਇਨਸਾਨ ਜ਼ਿੰਦਗੀ ਦੇ ਵਿੱਚ ਬਾਜ਼ ਔਕਾਤ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰਨ ਵਾਸਤੇ ਮੁਖਤਲਿਫ ਖੇਲਾਂ, ਇਕੱਠੇ ਬੈਠ ਕੇ ਗੱਪਾਂ, ਫਿਰ ਜਨਾਬ ਕ੍ਰਿਕਟ ਦਾ ਮੈਚ। ਹੁਣ ਵਾਪਸੀ ਤੇ ਨਾਈਟ ਲਾਈਫ ਫਰੈਂਕਫਰਟ। ਦਿਨ ਬ ਦਿਨ ਨਵੀਂ ਤੋਂ ਨਵੀਂ ਇਮਾਰਤ ਜਿਹੜੀ ਤਾਮੀਰ ਹੁੰਦੀ ਜਾ ਰਹੀ ਹੈ। ਦੇਖੋ ਰਾਤ ਦੇ ਟਾਈਮ ਜਿਹੜੀ ਲਾਈਫ ਜਾਂ ਜ਼ਿੰਦਗੀ ਹਰਵਾਂ ਤਵਾਂ। ਸਾਹਮਣੇ ਇਸ ਸਾਈਡ ਤੇ ਅੱਗੇ ਮੇਨ ਰੇਲਵੇ ਸਟੇਸ਼ਨ ਹੈ। ਇੱਥੇ ਕੋਈ ਲੱਗਦਾ ਕੋਈ ਮਾਮਲਾ ਗੜਬੜ ਹੋਇਆ ਹੈ ਜੀ। ਰੇਲਵੇ ਸਟੇਸ਼ਨ ਦਾ ਆਪੋਜ਼ਿਟ ਸਾਈਡ ਹੈ ਜੀ ਮੇਨ ਰੇਲਵੇ ਸਟੇਸ਼ਨ ਦਾ ਨਾਈਟ ਨਜ਼ਾਰਾ ਜਿਹੜਾ ਤੁਸੀਂ ਦੇਖ ਰਹੇ ਜੇ। ਔਰ ਇਸ ਸਾਈਡ ਤੇ ਮੇਨ ਬਾਜ਼ਾਰ ਸਾਹਮਣੇ ਫਰੈਂਕਫਰਟ ਜਰਮਨੀ। ਟੈਕਸੀਆਂ ਕੋਰੋਨਾ ਟਾਈਮ ਦੇ ਵਿੱਚ ਕੋਈ ਬੰਦਾ ਬਸ਼ਰ ਨਜ਼ਰ ਨਹੀਂ ਆ ਰਿਹਾ, ਨਹੀਂ ਤੇ ਬੇਸ਼ੁਮਾਰ ਰਸ਼ ਹੁੰਦਾ। ਇੱਕ ਸਾਈਡ ਰੇਲਵੇ ਸਟੇਸ਼ਨ ਦੀ ਬਾਹਰ ਨਿਕਲਣ ਦੀ, ਟੈਕਸੀਆਂ ਵਾਲੇ ਵਿਚਾਰੇ ਬੈਠੇ ਨੇ, ਕੋਈ ਕੰਮਕਾਰ ਨਹੀਂ।
ਸਾਰੀ ਸਾਰੀ ਰਾਤ ਬਹਿ ਕੇ ਬਗੈਰ ਕੋਈ ਸ਼ਿਕਾਇਤ ਚਲੇ ਜਾਂਦੇ ਨੇ ਵਾਪਸ। ਰੇਲਵੇ ਸਟੇਸ਼ਨ ਦੇ ਬਿਲਕੁਲ ਆਪੋਜ਼ਿਟ ਜਿਹੜਾ ਮੇਨ ਬਾਜ਼ਾਰ ਹੈ, ਔਰ ਇਹ ਨਜ਼ਾਰਾ ਰੇਲਵੇ ਸਟੇਸ਼ਨ ਫਰੈਂਕਫਰਟ ਦੇ ਸਾਹਮਣੇ ਔਰ ਸਾਈਡਾਂ ਤੇ ਜਿਹੜੀਆਂ ਬਿਲਡਿੰਗਾਂ, ਰਾਤ ਦਾ ਨਜ਼ਾਰਾ। ਟ੍ਰੇਨਾਂ ਚੱਲ ਰਹੀਆਂ ਨੇ ਲੇਕਿਨ ਬਹੁਤ ਘੱਟ ਰਸ਼ ਹੈ ਕੋਰੋਨਾ ਦੀ ਵਜ੍ਹਾ ਤੋਂ। ਦੇਖੋ ਬਾਜ਼ਾਰ ਬੇਆਬਾਦ ਪਏ ਨੇ ਬਿਲਕੁਲ। ਇੱਕ ਦਫਾ ਅੱਜ ਦੁਪਹਿਰ ਦੇ ਟਾਈਮ ਇੱਥੋਂ ਗੁਜ਼ਰਨ ਦਾ ਮੌਕਾ ਮਿਲਿਆ, ਉਹ ਵੀ ਨਜ਼ਾਰਾ ਤੁਸੀਂ ਦੇਖਿਆ। ਫਿਰ ਇਹ ਹੁਣ ਰਾਤ ਦਾ ਟਾਈਮ ਹੈ, ਪੁਲਿਸ ਵਾਲੇ ਕਿਸੇ ਨੂੰ ਲੱਗਦਾ ਚੈੱਕ ਕਰ ਰਹੇ ਨੇ ਸਾਹਮਣੇ। ਇਹ ਉੱਚੀਆਂ ਬਿਲਡਿੰਗਾਂ ਚੋਂ ਇੱਕ ਬਿਲਡਿੰਗ ਆਪੋਜ਼ਿਟ ਵੀ, ਉਹ ਜਿਹੜੀ ਸਾਹਮਣੇ ਬਿਲਡਿੰਗ ਇਹਦੇ ਉੱਤੇ ਲਾਈਟ ਪੈ ਰਹੀ ਹੈ। ਇਹ ਦੁਪਹਿਰ ਦੇ ਟਾਈਮ ਤੋਂ ਦੇਖੀ ਓਪਨ ਹਾਊਸ, ਜਿਹਦੇ ਵਿੱਚ ਮੁਖਤਲਿਫ ਤਰ੍ਹਾਂ ਦੇ ਕਨਸਰਟ ਵੀ ਹੁੰਦੇ ਨੇ, ਕੋਈ ਸਪੈਸ਼ਲ ਮਿਊਜ਼ਿਕ ਜਾਂ ਕੋਈ ਜਿਸ ਤਰ੍ਹਾਂ ਦੇ ਪ੍ਰੋਗਰਾਮ ਮਸ਼ਹੂਰ ਉਹ ਮਾਰੂਫ ਜਿਹੜੇ ਮਹਿੰਗੇ, ਉਹ ਇਹਨਾਂ ਦੇ ਵਿੱਚ ਅਮੂਮਨ। ਇਹ ਵਾਲੀ ਦੇਖੋ ਤੁਸੀਂ, ਬੜਾ ਖੂਬਸੂਰਤ ਨਜ਼ਾਰਾ ਹੈ ਇਸ ਬਿਲਡਿੰਗ ਨੂੰ ਅਗਰ ਦੇਖੋ।